ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਉੱਤੇ PSTET, CTET, ਮਾਸਟਰ ਕੈਡਰ ਅਤੇ NTT ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇ ਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦਾ ਜਿਹੜਾ ਸਾਡਾ PSTET ਦਾ ਪੇਪਰ ਆ ਉਹ ਕੰਪਲੀਟ ਹੋ ਚੁੱਕਿਆ ਹੈ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦਾ ਹੀ ਪੇਪਰ ਜਿਹੜਾ ਬਹੁਤ ਅੱਛਾ ਹੋ ਗਿਆ ਹੋਵੇਗਾ। ਸੋ ਅੱਜ ਉਸ ਦੀ ਆਪਾਂ ਜਿਹੜੀ SST ਦੀ ਜਿਹੜੀ ਹੈ ਉਹ ਆਨਸਰ ਕੀ ਅਪਲੋਡ ਕਰ ਰਹੇ ਹਾਂ। ਸੋ ਮੋਸਟਲੀ 99% ਜਿਹੜੀ ਹੈ ਆਨਸਰ ਉਹ ਰਾਈਟ ਹੋਣਗੇ। ਸੋ ਇੱਕ ਅੱਧਾ ਕੁਐਸਚਨ ਹੋ ਸਕਦਾ ਕਿ ਇੱਧਰ ਉੱਧਰ ਹੋ ਜਾਵੇ, ਬਾਕੀ ਸਾਰਾ ਦਾ ਸਾਰਾ ਜਿਹੜਾ ਉਹ ਐਗਜ਼ੈਕਟ ਜਿਹੜਾ ਹੈ ਫਾਈਂਡ ਕਰਕੇ ਤੁਹਾਡੇ ਤੱਕ ਪਹੁੰਚਾਇਆ ਹੈ। ਸੋ ਉਮੀਦ ਕਰਦਾ ਹਾਂ ਕਿ ਕਲਾਸ ਤੁਹਾਡੇ ਲਈ ਕਾਫੀ ਅੱਛੀ ਰਹੂਗੀ। ਓਕੇ ਜੀ, ਤਾਂ ਸ਼ੁਰੂ ਕਰਦੇ ਹਾਂ। ਸੋ ਮੇਰੇ ਕੋਲ ਸੈੱਟ ਵੀ ਮੈਨੂੰ ਨਹੀਂ ਪਤਾ ਹੈ ਕਿਉਂਕਿ ਕਿਸੇ ਬੱਚੇ ਨੇ ਮੈਨੂੰ ਪੇਪਰ ਭੇਜਿਆ ਸੀ, ਸੋ ਉਸ ਤੋਂ ਮੈਂ ਕਾਪੀ ਕਰਕੇ ਚਲਾ ਰਿਹਾ ਹਾਂ। ਬਟ ਤੁਹਾਡੇ ਕੋਲ ਜਿਹੜੇ ਸਾਰੇ ਕੁਐਸਚਨ ਸੇਮ ਹੀ ਨੇ, ਨੰਬਰ ਇੱਧਰ ਉੱਧਰ ਹੋਣਗੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਇਸ ਨੂੰ ਮਿਲਾ ਸਕਦੇ ਹੈਗੇ ਹੋ। ਓਕੇ, ਤਾਂ ਸੋਸ਼ਲ ਸਾਇੰਸ ਦਾ ਜਿਹੜਾ ਹੈ ਕੁਐਸਚਨ ਅਸੀਂ 91 ਤੋਂ ਸ਼ੁਰੂ ਕਰਦੇ ਹੈਗੇ ਹਾਂ। ਸੋ ਰਾਈਟ ਆਨਸਰ ਮਿਲਾਉਂਦੇ ਜਾਣਾ। ਸੋ ਇਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਆਨਸਰ ਹੈਗੇ ਯਾਨੀ ਕਿ ਤੁਹਾਡੇ ਅੰਕ ਜਿਹੜੇ ਹੈ ਉਹ ਫਾਈਂਡ ਕਰ ਪਾਓਗੇ। ਓਕੇ, ਸੋ ਫਸਟ ਕੁਐਸਚਨ ਹੈ ਜੀ, ਪੂਰਬੀ ਘਾਟ ਦੇ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜੀ? ਤਾਂ ਪੂਰਬੀ ਘਾਟ ਦੇ ਵਿੱਚ ਪੁੱਛਿਆ ਗਿਆ ਹੈ ਜੀ, ਭਾਰਤ ਦੇ ਇਸ ਸਾਈਡ ਦੇ ਵਿੱਚ ਪੁੱਛਿਆ ਹੈ ਕਿ ਸਭ ਤੋਂ ਉੱਚੀ ਚੋਟੀ ਕਿਹੜੀ ਹੈ। ਤਾਂ ਇਸ ਖੇਤਰ ਦੇ ਵਿੱਚ ਮਹਿੰਦਰਗਿਰੀ ਜਿਹੜੀ ਹੈ ਉਹ ਸਭ ਤੋਂ ਉੱਚੀ ਚੋਟੀ ਹੈਗੀ। ਠੀਕ ਹੈ, ਜਿਹੜੀ ਅਨਾਈ ਮੁੰਡੀ ਹੈਗੀ ਇਹ ਨੀਲਗਿਰੀ ਪਰਬਤ 'ਤੇ ਆ ਜਾਂਦੀ ਹੈ। ਕੰਚਨਜੰਗਾ ਜਿਹੜੀ ਹੈਗੀ ਇਹ ਸਾਡੇ ਸਿੱਕਮ ਦੇ ਵਿੱਚ ਆ ਜਾਂਦੀ ਹੈਗੀ। ਓਕੇ, ਖਾਸੀ ਦੀ ਜਿਹੜੀ ਹੈ ਇਹ ਅਸਾਮ ਵਗੈਰਾ ਦੇ ਵਿੱਚ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਚਲੀਆਂ ਜਾਂਦੀਆਂ ਹੈਗੀਆਂ ਨੇ। ਸੋ ਇਸ ਕਰਕੇ ਨਹੀਂ ਹੋਣਗੀਆਂ। ਓਕੇ, ਸੋ ਮਹਿੰਦਰਗਿਰੀ ਜਿਹੜੀ ਹੈ ਸਭ ਤੋਂ ਉੱਚੀ ਚੋਟੀ ਹੋਵੇਗੀ ਪੂਰਬੀ ਘਾਟ ਦੇ ਵਿੱਚ। ਨੈਕਸਟ ਹੈ ਜੀ ਕੁਐਸਚਨ, ਸੰਸਾਰ ਦੀ ਸਭ ਤੋਂ ਵੱਡੀ ਜਲ ਨਿਕਾਸ ਪ੍ਰਣਾਲੀ ਪੁੱਛਿਆ ਹੈ ਜੀ ਇਹਨਾਂ ਨੇ। ਠੀਕ ਹੈ, ਡਰੇਨੇਜ ਬੇਸਨ ਪੁੱਛਿਆ ਸੰਸਾਰ ਦਾ। ਤਾਂ ਜੇ ਸੰਸਾਰ ਦੀ ਗੱਲ ਕਰਾਂਗੇ ਤਾਂ ਫਿਰ ਇੱਕੋ ਹੀ ਹੈ ਜੀ, ਉਹ ਹੈ ਐਮਾਜ਼ੋਨ ਨਦੀ, ਜਿਸ ਨੂੰ ਐਮਾਜ਼ੋਨ ਬੇਸਨ ਵੀ ਕਿਹਾ ਜਾਂਦਾ ਹੈ। ਸੋ ਇਹ ਬ੍ਰਾਜ਼ੀਲ ਦੇ ਵਿੱਚ ਸਥਿਤ ਹੈ। ਓਕੇ ਜੀ, ਇਹ ਸੰਸਾਰ ਦੀ ਸਭ ਤੋਂ ਵੱਡੀ ਜਿਹੜੀ ਡਰੇਨੇਜ ਬੇਸਨ ਕਹਾਉਂਦੀ ਹੈਗੀ ਆ, ਇਹ ਨਦੀ ਬਹੁਤ ਜ਼ਿਆਦਾ ਵੱਡੀ ਹੈਗੀ ਆ। ਠੀਕ ਹੈ, ਕਾਫੀ ਏਰੀਆਸ ਦੇ ਅਧੀਨ ਆਉਂਦਾ ਹੈ। ਸੋ ਬ੍ਰਾਜ਼ੀਲ ਦੇ ਵਿੱਚ ਹੈ। ਸੋ ਇਸ ਦਾ ਆਨਸਰ ਏ ਜਿਹੜਾ ਹੈ ਉਹ ਸਹੀ ਹੈਗਾ। ਨੈਕਸਟ ਹੈ ਜੀ 93 ਨੰਬਰ, ਸਿੱਧੂ ਜਲ ਸਮਝੌਤਾ 1960 ਦੇ ਨਿਯਮਾਂ ਦੇ ਅਨੁਸਾਰ ਭਾਰਤ ਸਿੱਧੂ ਨਦੀ ਵਿਵਸਥਾ ਦੇ ਕੁੱਲ ਪਾਣੀ ਦਾ ਕਿੰਨੇ ਪ੍ਰਤੀਸ਼ਤ ਭਾਗ ਜਿਹੜਾ ਹੈ ਭਾਰਤ ਦੇ ਹਿੱਸੇ ਆਉਂਦਾ ਹੈ। ਠੀਕ ਹੈ, ਤਾਂ ਭਾਰਤ ਦੇ ਹਿੱਸੇ ਜਿਹੜਾ ਹੈ ਉਹ 20% ਸਮਝੌਤਾ ਹੋਇਆ ਸੀਗਾ 1960 ਦੇ ਵਿੱਚ। ਸਿੰਧੂ ਜਲ ਸਮਝੌਤਾ ਹੋਇਆ ਸੀ, ਇਹਦੇ ਵਿੱਚ ਭਾਰਤ ਨੂੰ 20% ਪਾਣੀ ਮਿਲੂਗਾ ਅਤੇ 80% ਜਿਹੜਾ ਪਾਣੀ ਹੈ ਉਹ ਪਾਕਿਸਤਾਨ ਦੇ ਵਿੱਚ ਜਾਊਗਾ। ਓਕੇ, ਸੋ ਇਸ ਦਾ ਆਨਸਰ ਬੀ ਜਿਹੜਾ ਹੈ ਉਹ ਸਹੀ ਹੈਗਾ। ਨੈਕਸਟ ਹੈ ਜੀ, ਭਾਰਤ ਦੇ ਵਿੱਚ ਜੰਗਲੀ ਜੀਵ ਸੁਰੱਖਿਆ ਅਧਿਨਿਯਮ ਜਿਹੜਾ ਹੈ ਉਹ ਕਦੋਂ ਲਾਗੂ ਕੀਤਾ ਗਿਆ ਸੀ? ਇਹ ਵੈਰੀ ਸਿੰਪਲ ਹੈ। ਸੋ ਇਹ 1972 ਦੇ ਵਿੱਚ ਲਾਗੂ ਕੀਤਾ ਗਿਆ ਸੀਗਾ ਇਹ ਅਧਿਨਿਯਮ, ਤਾਂ ਕਿ ਜਿਹੜੇ ਜੰਗਲਾਂ ਦੇ ਵਿੱਚ ਜਿਹੜੇ ਜੀਵ ਰਹਿੰਦੇ ਨੇ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਓਕੇ ਜੀ, ਨੈਕਸਟ ਹੈ ਜੀ, ਉਸ ਭੂ ਭਾਗ ਨੂੰ ਕੀ ਕਹਿੰਦੇ ਆ ਜੋ 3 ਪਾਸਿਆਂ ਤੋਂ ਸਮੁੰਦਰ ਦੇ ਨਾਲ ਘਿਰਿਆ ਹੁੰਦਾ ਹੈ? ਸੋ ਸਾਡਾ ਭਾਰਤ ਜਿਹੜਾ ਹੈ ਉਹ 3 ਪਾਸਿਆਂ ਤੋਂ ਹੀ ਪਾਣੀ ਨਾਲ ਘਿਰਿਆ ਹੋਇਆ। ਇੱਕ ਪਾਸੇ ਅਰਬ ਸਾਗਰ ਆ ਜਾਂਦਾ ਹੈ, ਦੂਸਰੇ ਪਾਸੇ ਬੇ ਆਫ ਬੰਗਾਲ ਆ ਜਾਂਦੀ ਹੈ, ਔਰ ਨਿਚਲੀ ਸਾਈਡ ਦੇ ਵਿੱਚ ਇੰਡੀਅਨ ਓਸ਼ਨ ਆ ਜਾਂਦਾ ਹੈ। ਸੋ ਇਹ ਮੈਂ ਤੁਹਾਨੂੰ ਥਿਊਰੀ ਵੀ ਕਰਵਾਈ ਹੋਈ ਸੀਗੀ। ਸੋ ਇਸ ਦੇ ਅਧੀਨ ਜਿਹੜਾ ਆਪਾਂ ਗੱਲ ਕਰਦੇ ਹੈਗੇ ਆਂਗੇ, ਪ੍ਰਾਇਦੀਪੀ ਕਹਾਉਂਦਾ ਹੈ, ਪੈਨਸੂਲਰ ਕਹਾਉਂਦਾ ਹੈਗਾ। ਓਕੇ, ਧਿਆਨ ਰੱਖਣਾ। ਸੋ ਬੀ ਆਨਸਰ ਇਸ ਦਾ ਰਾਈਟ ਆਨਸਰ ਹੈਗਾ। ਸੋ ਇਹ ਆਪਾਂ ਥਿਊਰੀ ਵੀ ਕੀਤੀ ਹੈ, ਇਹ ਵਾਲਾ ਵੀ ਕੀਤਾ ਹੋਇਆ ਸੀ ਆਪਾਂ ਪਹਿਲਾਂ। ਓਕੇ ਜੀ, ਨੈਕਸਟ ਹੈ ਜੀ, ਦੱਖਣ ਪਠਾਰ ਦੇ ਵਿੱਚ ਤਿਕੋਣਾ ਭੂ ਭਾਗ ਜੋ ਡੈਸ਼ ਨਦੀ ਦੇ ਦੱਖਣ ਦੇ ਵਿੱਚ ਸਥਿਤ ਹੈ। ਸੋ ਇੱਥੇ ਪੁੱਛਿਆ ਗਿਆ ਹੈ ਕਿ ਦੱਖਣ ਦਾ ਜਿਹੜਾ ਪਲੇਟੂ ਹੈਗਾ ਉਹ ਤਿਕੋਣੇ ਸਾਈਜ਼ ਦਾ ਹੈ, ਕਿਹੜੀ ਨਦੀ ਦੇ ਦੱਖਣ ਦੇ ਵਿੱਚ ਪੈਂਦਾ ਹੈ? ਠੀਕ ਹੈ, ਤਾਂ ਧਿਆਨ ਰੱਖਣਾ ਇਹਦਾ ਰਾਈਟ ਆਨਸਰ ਜਿਹੜਾ ਬਣ ਜਾਂਦਾ ਹੈ ਜੀ ਉਹ ਹੈ ਨਰਮਦਾ ਨਦੀ, ਕਿਉਂਕਿ ਗੰਗਾ ਨਦੀ ਤਾਂ ਜਿਹੜੀ ਹੈ ਉੱਪਰ ਚਲੀ ਜਾਂਦੀ ਹੈ, ਯਮੁਨਾ ਵੀ ਉੱਪਰ ਹੀ ਹੈਗੀ ਆ। ਠੀਕ ਹੈ, ਰਾਵੀ ਵੀ ਇਹ ਸਾਡੇ ਪੰਜਾਬ ਦੇ ਵਿੱਚ ਹੀ ਆ ਜਾਂਦੀ ਹੈ, ਤਾਂ ਨਰਮਦਾ ਨਦੀ ਹੀ ਹੈਗੀ ਆ, ਇਸ ਦੇ ਨੀਚੇ ਹੀ ਜਿਹੜਾ ਇਹ ਪੈਂਦਾ ਹੈਗਾ। ਓਕੇ ਜੀ, ਨੈਕਸਟ ਹੈ ਜੀ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ ਯਾਨੀ ਕਿ ਸਾਰਕ ਜਿਹੜਾ ਹੈ ਇਹ ਕਦੋਂ ਬਣੀ ਸੀਗੀ? ਇਹ 1985 ਦੇ ਵਿੱਚ ਸੰਸਥਾ ਜਿਹੜੀ ਹੈ ਉਹ ਬਣਾਈ ਗਈ ਸੀ ਸਾਊਥ ਏਸ਼ੀਅਨ, ਜਿਹਦੇ ਵਰਤਮਾਨ ਸਮੇਂ 8 ਮੈਂਬਰ ਹੈਗੇ ਨੇਗੇ, ਜਿਹਦੇ ਵਿੱਚ ਇੱਕ ਭਾਰਤ ਵੀ ਹੈਗਾ। ਓਕੇ ਜੀ, ਨੈਕਸਟ ਹੈ ਜੀ, ਮੈਨੂੰ ਦੱਸੋ ਅਤੇ ਮੈਂ ਭੁੱਲ ਜਾਵਾਂ, ਮੈਨੂੰ ਦਿਖਾਓ ਮੈਂ ਯਾਦ ਕਰਾਂਗਾ, ਮੈਨੂੰ ਸ਼ਾਮਲ ਕਰੋ ਮੈਂ ਸਮਝ ਜਾਵਾਂਗਾ। ਇਹ ਕਥਨ ਸਮਾਜਿਕ ਵਿਗਿਆਨ ਦੀ ਕਿਸ ਪਹੁੰਚ ਦੇ ਨਾਲ ਸੰਬੰਧਿਤ ਹੈ? ਸੋ ਇਹ ਕੋਆਪਰੇਟਿਵ
ਲਰਨਿੰਗ ਅਪਰੋਚ ਦੇ ਨਾਲ ਹੈ। ਸੋ ਇਹਦੇ ਵਿੱਚ ਥੋੜ੍ਹਾ ਜਿਹਾ ਆਨਸਰ ਦੇ ਵਿੱਚ ਕਨਫਿਊਜ਼ਨ ਹੈ, ਠੀਕ ਹੈ, ਇਹਦੇ ਵਿੱਚ ਹੋ ਸਕਦਾ ਕਿ ਇੱਧਰ ਉੱਧਰ ਹੋ ਜਾਏ, ਬਾਕੀ ਜਿਹੜਾ ਹੈ ਸਾਰੇ ਠੀਕ ਹੈਗੇ ਨੇ। ਸਹਿਕਾਰਤਾ ਦਾ ਅਰਥ ਹੈ ਮਤਲਬ ਕਿ ਸਹਿਯੋਗ ਦੀ ਗੱਲ ਕੀਤੀ ਗਈ ਹੈ, ਕੋਆਪਰੇਟ ਕਰਨਾ ਹੈ। ਜੇ ਉਹ ਉਹਨੂੰ ਨਹੀਂ ਦੱਸਦੇ ਹੈਗੇ, ਠੀਕ ਹੈ, ਭੁੱਲ ਜਾਂਦਾ ਹੈ ਤਾਂ ਉਹਨੂੰ ਦੁਬਾਰਾ ਦੱਸਿਆ ਦਿਖਾਓ, ਫਿਰ ਉਹ ਯਾਦ ਕਰ ਲਵੇਗਾ, ਉਸ ਨੂੰ ਸ਼ਾਮਲ ਕਰੋ ਆਪਣੇ ਗਰੁੱਪ ਦੇ ਵਿੱਚ ਤਾਂ ਉਹ ਸਮਝ ਵੀ ਜਾਵੇਗਾ। ਓਕੇ, ਸੋ ਇਸ ਕਰਕੇ ਇਸਦਾ ਸੀ ਆਨਸਰ ਜਿਹੜਾ ਹੈ ਉਹ ਰਾਈਟ ਬਣ ਜਾਂਦਾ ਹੈ। ਨੈਕਸਟ ਹੈ ਇਨਕੁਆਇਰੀ ਟ੍ਰੇਨਿੰਗ ਮਾਡਲ ਜਿਹੜਾ ਵਿਕਾਸ ਹੈ, ਇਸ ਦਾ ਵਿਕਾਸ ਜਿਹੜਾ ਹੈ ਉਹ ਕਿਸ ਨੇ ਕੀਤਾ ਸੀਗਾ? 99 ਨੰਬਰ ਰਿਚਰਡ ਸਚਮੈਨ ਨੇ 1962 ਦੇ ਵਿੱਚ ਜਿਹੜਾ ਹੈ ਇਸ ਦਾ ਵਿਕਾਸ ਕੀਤਾ ਸੀਗਾ, ਇਨਕੁਆਇਰੀ ਟ੍ਰੇਨਿੰਗ ਦਾ। ਨੈਕਸਟ ਹੈ ਜੀ ਅਨੀਮੋਮੀਟਰ ਨਾਮਕ ਯੰਤਰ ਨੂੰ ਮਾਪਣ ਦੇ ਕੰਮ ਆਉਂਦਾ ਹੈ ਜੀ, ਕਿਹੜੀ ਚੀਜ਼ ਨੂੰ? ਅਨੀਮੋਮੀਟਰ ਜਿਹੜਾ ਹੈ ਇਹ ਹਵਾ ਨੂੰ ਹੀ ਮਾਪਦਾ ਹੈ, ਤਾਂ ਹਵਾ ਦੀ ਦਿਸ਼ਾ ਅਤੇ ਗਤੀ ਇਹ ਦੋਨਾਂ ਨੂੰ ਹੀ ਮਾਪਦਾ ਹੁੰਦਾ ਹੈ, ਠੀਕ ਹੈ। ਹੁਣ ਇਹ ਨਹੀਂ ਪਤਾ ਕਿ ਉਹ ਕਿਸ ਨੂੰ ਜਿਹੜਾ ਹੈ ਸਹੀ ਕਰਨਗੇ। ਓਕੇ, ਹਵਾ ਦੀ ਦਿਸ਼ਾ ਨੂੰ ਵੀ ਮਾਪਦਾ ਹੈ ਅਤੇ ਉਹਦੀ ਗਤੀ ਨੂੰ ਵੀ ਮਾਪਦਾ ਹੈਗਾ ਗਾ ਅਨੀਮੋਮੀਟਰ। ਓਕੇ ਜੀ, ਨੈਕਸਟ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਬਣਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਦਾ ਨਾਮ? ਸੋ ਇਹ ਸੀਗੀ ਜੀ ਸਰੋਜਨੀ ਨਾਇਡੂ, ਠੀਕ ਹੈ। ਅਗਰ ਪੁੱਛ ਲੈਂਦੇ ਕਿ ਪਹਿਲੀ ਕੌਣ ਸੀਗੀ, ਫਿਰ ਤੁਸੀਂ ਲਗਾਉਣਾ ਸੀਗਾ ਐਨੀ ਬਿਸਟ, ਬਟ ਇਹ ਭਾਰਤੀ ਪੁੱਛਿਆ ਹੈ ਤਾਂ ਭਾਰਤ ਦੀ ਪਹਿਲੀ ਮਹਿਲਾ ਜਿਹੜੀ ਸੀਗੀ ਉਹ ਸਰੋਜਨੀ ਨਾਇਡੂ ਸੀਗੀ, ਠੀਕ ਹੈ। 1925 ਦੇ ਵਿੱਚ ਇਹ ਇਸ ਦੀ ਪ੍ਰਧਾਨ ਬਣੀ ਸੀਗੀ। ਨੈਕਸਟ ਹੈ ਜੀ ਪਲਕ ਸਟੇਟ ਇਹਨਾਂ ਦੋ ਦੇਸ਼ਾਂ ਦੇ ਵਿਚਕਾਰ ਸਥਿਤ ਹੈ। ਸੋ ਪਾਕ ਸਟੇਟ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆਂਗੇ, ਸੋ ਇਹ ਕਿਹੜੇ ਦੋ ਦੇਸ਼ਾਂ ਨੂੰ ਵੱਖ ਕਰਦਾ ਹੈ? ਵੈਰੀ ਸਿੰਪਲ ਸੀਗਾ, ਸੋ ਇਹ ਭਾਰਤ ਅਤੇ ਸ਼੍ਰੀਲੰਕਾ ਨੂੰ ਵੱਖ ਕਰਦਾ ਹੈ। ਸੋ ਠੀਕ ਹੈ, ਸ਼੍ਰੀਲੰਕਾ ਦੇ ਵਿਚਕਾਰ ਛੋਟਾ ਜਿਹਾ ਇੱਕ ਰਸਤਾ ਹੈ, ਉਹਨਾਂ ਦੋਨਾਂ ਨੂੰ ਵੱਖ ਕਰਦਾ ਹੈ। ਪਲਕ ਸਟੇਟ ਵੈਰੀ ਇੰਪੋਰਟੈਂਟ ਸੀਗਾ। ਨੈਕਸਟ ਹੈ ਜੀ ਇਹ ਵੀ ਆਪਾਂ ਜੀਓਗ੍ਰਾਫੀ ਦੇ ਵਿੱਚ ਕੀਤਾ ਹੋਇਆ ਸੀ। ਨੈਕਸਟ ਹੈ ਜੀ 1853 ਦੇ ਵਿੱਚ ਬੰਬਈ ਤੋਂ ਥਾਣਾ ਤੱਕ ਪਹਿਲੇ ਰੇਲਵੇ ਟਰੈਕ ਬਣਿਆ ਸੀਗਾ, ਇਸ ਦਾ ਨਿਰਮਾਣ ਕਿਸ ਨੇ ਕਰਵਾਇਆ ਸੀਗਾ? ਸੋ ਇਹ ਲਾਰਡ ਡਲਹੌਜੀ ਦੇ ਦੁਆਰਾ ਕਰਵਾਇਆ ਸੀਗਾ, ਇਹ ਬੱਚੇ ਨੂੰ ਪਤਾ ਹੈ। ਓਕੇ ਜੀ, ਨੈਕਸਟ ਹੈ ਜੀ ਇੰਡੀਅਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ ਸੰਘ ਡੈਸ਼ ਦੇ ਵਿੱਚ ਬਣਿਆ, ਮਤਲਬ ਕਿ ਕਦੋਂ ਬਣਿਆ ਸੀ ਇੰਡੀਅਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ? ਸੋ ਇਹ ਬਣਿਆ ਸੀਗਾ ਜੀ ਤਕਰੀਬਨ 1927 ਦੇ ਵਿੱਚ। ਓਕੇ ਜੀ, ਤਾਂ 1927 ਦੇ ਵਿੱਚ ਬਣਾਇਆ ਗਿਆ ਸੀ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਸੰਘ। ਨੈਕਸਟ ਹੈ ਜੀ ਮਾਰਵਾੜੀ ਵਪਾਰੀ ਸੀਗਾ ਸੇਠ ਹੁਕਮ ਚੰਦ, ਇਹਨੇ 1917 ਦੇ ਵਿੱਚ ਕਲਕੱਤਾ ਦੇ ਵਿੱਚ ਪਹਿਲੀ ਭਾਰਤੀ ਡੈਸ਼ ਮਿਲ ਦੀ ਸਥਾਪਿਤ ਕੀਤੀ ਸੀ। ਤਾਂ ਸਭ ਤੋਂ ਪਹਿਲੀ ਜਿਹੜੀ ਕਹਿ ਸਕਦੇ ਹਾਂ ਮਿਲ ਸਥਾਪਿਤ ਕੀਤੀ ਗਈ ਸੀ ਸੇਠ ਹੁਕਮ ਚੰਦ ਦੇ ਦੁਆਰਾ 1917 ਦੇ ਵਿੱਚ, ਤੇ ਕਲਕੱਤਾ ਦੇ ਵਿੱਚ। ਕਿਹੜੀ ਸੀਗੀ ਇਹ ਸੀਗੀ ਜੀ ਪਟਸਨ ਦੀ ਜੂਟ ਦੀ ਜਿਹੜੀ ਹੈ ਮਿਲ ਇਹਨੇ ਸ਼ੁਰੂਆਤ ਕੀਤੀ ਸੀਗੀ ਕਲਕੱਤਾ ਦੇ ਵਿੱਚ। ਮਾਰਵਾੜੀ ਵਪਾਰੀ ਸੀਗਾ ਇਹ ਸੇਠ ਹੁਕਮ ਚੰਦ। ਓਕੇ ਜੀ, ਤਾਂ ਬੀ ਆਨਸਰ ਇਸ ਦਾ ਰਾਈਟ ਹੈ। ਨੈਕਸਟ ਹੈ ਜੀ ਕਿਹੜੇ ਗ੍ਰਹਿ ਨੂੰ ਧਰਤੀ ਦਾ ਜੁੜਵਾ ਗ੍ਰਹਿ ਕਿਹਾ ਜਾਂਦਾ ਹੈ? ਸੋ ਇਹ ਹੈ ਵਿਨਸ ਜੀ, ਜਿਹਨੂੰ ਅਸੀਂ ਸ਼ੁੱਕਰ ਗ੍ਰਹਿ ਕਹਿ ਦਿੰਦੇ ਹੈਗੇ ਆਂਗੇ। ਇਹਨੂੰ ਧਰਤੀ ਦੀ ਭੈਣ ਕਿਹਾ ਜਾਂਦਾ ਹੈ, ਇਸੇ ਕਰਕੇ ਹੀ ਇਹਨੂੰ ਜੁੜਵਾ ਵੀ ਕਹਿ ਦਿੱਤਾ ਜਾਂਦਾ ਹੈ, ਠੀਕ ਹੈ, ਸੇਮ ਮੀਨਸ। ਨੈਕਸਟ ਹੈ ਜੀ ਇਹ ਵੀ ਆਪਾਂ ਕੀਤਾ ਸੀਗਾ ਜਿਓਗ੍ਰਾਫੀ ਦੇ ਵਿੱਚ। ਨੈਕਸਟ ਹੈ ਜੀ ਕ੍ਰਿਸਮਸ ਡੈਸ਼ ਵਿੱਚ ਗਰਮੀਆਂ ਦੇ ਵਿੱਚ ਮਨਾਈ ਜਾਂਦੀ ਹੈ। ਤਾਂ ਹੁਣ ਤੁਸੀਂ ਦੇਖਿਓ ਕਿ ਜਾਪਾਨ ਦੇ ਵਿੱਚ ਵੀ ਹੁਣ ਸਰਦੀਆਂ ਚੱਲ ਰਹੀਆਂ ਨੇ ਅਤੇ ਭਾਰਤ ਦੇ ਵਿੱਚ ਵੀ ਹੁਣ ਸਰਦੀਆਂ ਚੱਲ ਰਹੀਆਂ ਨੇਗੀਆਂ, ਠੀਕ ਹੈ। ਇਹਦਾ ਮਤਲਬ ਅਸੀਂ ਸਰਦੀਆਂ ਦੇ ਵਿੱਚ ਮਨਾਵਾਂਗੇ, ਬਟ ਇਹਨਾਂ 'ਚ ਫਿਰ ਇੱਕੋ ਆਪਸ਼ਨ ਬਚਦਾ ਹੈ, ਉਹ ਹੈ ਆਸਟ੍ਰੇਲੀਆ। ਤਾਂ ਆਸਟ੍ਰੇਲੀਆ ਦੇ ਵਿੱਚ ਹੁਣ ਗਰਮੀ ਹੈ, ਇਸ ਕਰਕੇ ਫਿਰ ਕ੍ਰਿਸਮਸ ਜਿਹੜੀ ਹੈ ਉੱਥੇ ਗਰਮੀਆਂ ਦੇ ਵਿੱਚ ਮਨਾਈ ਜਾਂਦੀ ਹੈ। ਸਾਡੇ ਭਾਰਤ ਜਾਪਾਨ ਦੇ ਵਿੱਚ ਉੱਤਰ ਦੇ ਵਿੱਚ ਸਥਿਤ ਹੈ, ਤਾਂ ਇੱਥੇ ਇਹ ਸਰਦੀਆਂ ਦੇ ਵਿੱਚ ਹੁੰਦੀ ਹੈ, ਠੀਕ ਹੈ। ਸੋ ਰਾਈਟ ਆਨਸਰ ਸੀ ਹੈ ਇਸ ਦਾ। ਨੈਕਸਟ ਹੈ ਜੀ ਕਿਹੜੇ ਸਥਾਨ ਦੇ ਵਿੱਚ ਸੰਸਾਰ ਦਾ ਸਭ ਤੋਂ ਵੱਧ ਗਰਮ ਮਾਰੂਥਲ ਸਹਾਰਾ ਮਾਰੂਥਲ ਜਿਹੜਾ ਹੈ ਉਹ ਕਿੱਥੇ ਸਥਿਤ ਹੈ? ਇਹ ਵੀ ਹਰ ਇੱਕ ਨੂੰ ਪਤਾ ਹੈ ਜੀ, ਇਹ ਹੈ ਅਫਰੀਕਾ ਦੇ ਵਿੱਚ। ਸੰਸਾਰ ਦਾ ਸਭ ਤੋਂ ਵੱਧ ਗਰਮ ਮਾਰੂਥਲ ਹੈ ਜੀ ਸਹਾਰਾ, ਜਿਹੜਾ ਕਿ ਅਫਰੀਕਾ ਦੇ ਵਿੱਚ ਸਥਿਤ ਹੈ। ਸੋ ਇਹ ਆਨਸਰ ਰਾਈਟ ਹੈ। ਨੈਕਸਟ ਹੈ ਜੀ ਬਹਾਦਰ ਸ਼ਾਹ ਜ਼ਫਰ ਦੀ ਮੌਤ ਰੰਗੂਨ ਜੇਲ੍ਹ ਦੇ ਵਿੱਚ ਨਵੰਬਰ ਡੈਸ਼ ਦੇ ਵਿੱਚ ਹੋਈ ਹੈ। ਤਾਂ ਇਸ ਦੀ ਮੌਤ ਜਿਹੜੀ ਹੈ ਉਹ ਨਵੰਬਰ ਦੇ ਵਿੱਚ ਹੋਈ ਸੀਗੀ 1862 ਦੇ ਵਿੱਚ, ਠੀਕ ਹੈ। ਸੋ ਆਖਰੀ ਸ਼ਾਸਕ ਸੀਗਾ ਇਹ ਮੁਗਲਾਂ ਦਾ। ਨੈਕਸਟ ਹੈ ਜੀ ਦ ਹਿਸਟਰੀ ਆਫ ਦ ਲਾਸ ਆਫ ਵੀਅਤਨਾਮ ਕਿਤਾਬ ਕਿਸ ਦੇ ਦੁਆਰਾ ਲਿਖੀ ਗਈ ਹੈ ਜੀ? ਇਹ ਲਿਖੀ ਹੋਈ ਹੈ ਜੀ ਫੈਨ ਬੋਈ ਚਾਓ ਦੇ ਦੁਆਰਾ, ਇਸ ਨੇ ਇਹ ਬੁੱਕ ਲਿਖੀ ਹੋਈ ਹੈਗੀ ਹੈ ਜੀ। ਨੈਕਸਟ ਹੈ ਜੀ ਖਿਲਾਫਤ ਕਮੇਟੀ ਬੰਬਈ ਦੇ ਵਿੱਚ ਡੈਸ਼ ਦੇ ਵਿੱਚ ਬਣਾਈ ਗਈ ਸੀ। ਖਿਲਾਫਤ ਕਮੇਟੀ ਹੈ ਜਿਹੜੀ ਇਹ ਬੰਬਈ ਦੇ ਵਿੱਚ ਕਦੋਂ ਬਣਾਈ ਗਈ? ਤਾਂ ਮਾਰਚ 1919 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀਗਾ। ਨੈਕਸਟ ਹੈ ਜੀ 12 ਨੰਬਰ ਸਵੈ ਸਹਾਇਤਾ ਸਮੂਹ ਦੇ ਵਿੱਚ ਬੱਚਤ ਅਤੇ ਕਰਜ਼ੇ ਦੇ ਨਾਲ ਸੰਬੰਧਿਤ ਫੈਸਲੇ ਕਿਸ ਦੁਆਰਾ ਲਏ ਜਾਂਦੇ ਨੇ ਜੀ? ਸੋ ਇਹ ਫੈਸਲੇ ਲਏ ਜਾਂਦੇ ਆ ਜੀ ਮੈਂਬਰਾਂ ਦੇ ਦੁਆਰਾ। ਸੋ ਇਸ ਕਰਕੇ ਇਹਦਾ ਬੀ ਆਨਸਰ ਰਾਈਟ ਹੈਗਾ ਗਾ, ਠੀਕ ਹੈ ਜੀ। ਸੈਲਫ ਹੈਲਪ ਗਰੁੱਪ ਜਿਹੜੇ ਹੈਗੇ ਆ ਉਹ ਬੱਚਤ ਅਤੇ ਕਰਜ਼ੇ ਦੇ ਨਾਲ ਸੰਬੰਧਿਤ ਫੈਸਲੇ ਜਿਹੜੇ ਆ ਉਹ ਮੈਂਬਰਾਂ ਦੇ ਦੁਆਰਾ ਲੈਂਦੇ ਹੈਗੇ ਨੇਗੇ। ਨੈਕਸਟ ਹੈ ਜੀ ਭਾਰਤ ਦੀ ਕੇਂਦਰੀ ਸਰਕਾਰ ਦੁਆਰਾ IC
WSR ਦੀ ਸਥਾਪਨਾ ਜਿਹੜੀ ਹੈ ਉਹ ਕਦੋਂ ਕੀਤੀ ਗਈ ਸੀ ਅਤੇ ਇਸ ਦਾ ਪੂਰਾ ਨਾਮ ਜਿਹੜਾ ਹੈ ਉਹ ਕੀ ਹੈਗਾ ਜੀ। ਸੋ ਇਸ ਦਾ ਪੂਰਾ ਨਾਮ ਹੈ ਜੀ, ਇਹ 1969 ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਸੀ। ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਰਿਸਰਚ ਜਿਹੜਾ ਹੈ ਇਸ ਦਾ ਪੂਰਾ ਨਾਮ ਹੈ, ਇਸ ਕਰਕੇ ਬੀ ਆਂਸਰ ਇਸ ਦਾ ਰਾਈਟ ਹੈ ਜੀ। ਨੈਕਸਟ ਹੈ ਜੀ, ਬਲੂਮ ਦੇ ਮੌਲਿਕ ਵਰਗੀਕਰਨ ਦੇ ਅਨੁਸਾਰ ਕਿੰਨੇ ਕਾਰਜ ਵੰਡੇ ਗਏ ਸੀਗੇ। ਸੋ ਇਹ ਵੀ ਸਾਰਿਆਂ ਨੂੰ ਪਤਾ ਹੈ, ਤੁਸੀਂ ਸਾਈਕੋ ਦੇ ਵਿੱਚ ਕੀਤਾ ਹੋਣਾ, 3 ਕਾਰਜ ਸੀਗੇ, ਠੀਕ ਹੈ। ਸੋ ਇਹ ਸਾਰੇ ਉਹਦੇ ਵਿੱਚ ਮੈਂਸ਼ਨ ਕੀਤੇ ਹੋਏ ਸੀਗੇ। ਸੋ ਇਹ ਟ੍ਰਾਇੰਗਲ ਜਿਹਾ ਬਣਿਆ ਹੋਇਆ ਸੀ, ਸਾਰਿਆਂ ਨੇ ਉਹ ਡਾਇਗਰਾਮ ਦੇਖੀ ਹੋਣੀ ਆ, ਉੱਥੋਂ ਤੁਸੀਂ ਦੇਖ ਸਕਦੇ ਹੋ। ਨੈਕਸਟ ਹੈ ਜੀ, ਹਿੰਦੂ ਵਿਧਵਾ ਪੁਨਰ ਵਿਆਹ ਜਿਹੜਾ ਹੈ ਕਾਨੂੰਨ ਇਹ ਕਦੋਂ ਬਣਾਇਆ ਗਿਆ ਸੀਗਾ, ਕਦੋਂ ਪਾਸ ਹੋਇਆ ਸੀਗਾ। ਸੋ ਇਹ ਪਾਸ ਹੋਇਆ ਸੀਗਾ ਜੀ 1856 ਦੇ ਵਿੱਚ। ਓਕੇ ਜੀ, ਇਹਦਾ ਆਨਸਰ ਸੀ ਸਹੀ ਹੈਗਾ ਗਾ। ਨੈਕਸਟ ਹੈ ਜੀ, ਮਨੁੱਖੀ ਤਸਕਰੀ ਜਾਂ ਵਪਾਰ ਕਰਨ ਦੀ ਮਨਾਹੀ ਭਾਰਤੀ ਸੰਵਿਧਾਨ ਦੇ ਕਿਸ ਅਧਿਕਾਰ ਦੇ ਅਧੀਨ ਹੈ। ਸੋ ਹੈ ਜੀ ਸ਼ੋਸ਼ਣ ਦੇ ਵਿਰੁੱਧ, ਠੀਕ ਹੈ। ਮਤਲਬ ਕਿ ਕਿਸੇ ਨੂੰ ਵੇਚਿਆ ਨਹੀਂ ਜਾ ਸਕਦਾ, ਕਿਸੇ ਨਾਲ ਵਪਾਰ ਨਹੀਂ ਕੀਤਾ ਜਾ ਸਕਦਾ, ਉਸ ਨੂੰ ਖਰੀਦਿਆ ਵੇਚਿਆ ਨਹੀਂ ਜਾ ਸਕਦਾ। ਇਹ ਸਭ ਜਿਹੜਾ ਹੈ ਸ਼ੋਸ਼ਣ ਦੇ ਵਿਰੁੱਧ ਹੀ ਅਧਿਕਾਰ ਹੈ ਕਿ ਅਜਿਹਾ ਕੋਈ ਨਹੀਂ ਕਰ ਸਕਦਾ ਹੈਗਾ ਗਾ। ਓਕੇ, ਬੀ ਆਨਸਰ ਇਸ ਦਾ ਰਾਈਟ ਰਹੂਗਾ। ਨੈਕਸਟ ਹੈ ਜੀ, ਫਰਾਂਸ ਨੇ ਵਿਦਿਆਰਥੀਆਂ ਨੂੰ ਕੋਈ ਵੀ ਧਾਰਮਿਕ ਜਾਂ ਰਾਜਨੀਤਿਕ ਸਬੂਤ ਜਾਂ ਚਿੰਨ੍ਹ ਪਾਉਣ ਤੋਂ ਪਾਬੰਦੀ ਵਾਲਾ ਕਾਨੂੰਨ ਜਿਹੜਾ ਹੈ ਉਹ ਕਦੋਂ ਪਾਸ ਕੀਤਾ ਸੀਗਾ। ਸੋ ਇਹ ਕਾਨੂੰਨ ਪਾਸ ਕੀਤਾ ਸੀਗਾ ਜੀ ਫਰਵਰੀ 2004 ਦੇ ਵਿੱਚ। ਸੋ ਵੈਸੇ ਤਾਂ ਇਹ ਮਾਰਚ ਦੇ ਵਿੱਚ ਹੈ, ਬਟ ਅਗਰ ਆਪਾਂ ਕੁਐਸਚਨ ਦੇ ਅਕੋਰਡਿੰਗ ਗੱਲ ਕਰੀਏ ਤਾਂ ਫਰਵਰੀ ਦਿੱਤਾ ਹੋਇਆ, ਤਾਂ ਅਸੀਂ ਫਰਵਰੀ ਦੇ ਅਕੋਰਡਿੰਗ 2004 ਦੇ ਵਿੱਚ ਇਸ ਨੂੰ ਸਹੀ ਕਰਾਂਗੇ। ਓਕੇ ਜੀ, ਨੈਕਸਟ ਹੈ ਜੀ, ਸੀ ਆਨਸਰ ਸਹੀ ਸੀ ਇਸ ਦਾ। ਨੈਕਸਟ ਹੈ ਜੀ 18 ਨੰਬਰ, ਹਿੰਦੂ ਉੱਤਰਾਧਿਕਾਰ ਸੋਧ ਐਕਟ 2005 ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਜਿਹੜਾ ਹੈ ਉਹ ਸਹੀ ਹੈਗਾ ਗਾ। ਤਾਂ ਇਹਦੇ ਵਿੱਚ ਬੀ ਆਨਸਰ ਸਹੀ ਹੈ ਜੀ, ਪੁੱਤਰ ਅਤੇ ਧੀਆਂ ਪਰਿਵਾਰਕ ਸੰਪત્ਤੀ ਦਾ ਇੱਕੋ ਜਿਹਾ ਹਿੱਸਾ ਲੈ ਸਕਦੀਆਂ ਹੈਗੀਆਂ ਨੇ। ਇਹ ਹਿੰਦੂ ਉੱਤਰਾਧਿਕਾਰੀ ਸੋਧ ਐਕਟ 2005 ਦੇ ਅਧੀਨ ਵਿਵਸਥਾ ਕੀਤੀ ਗਈ ਸੀ। ਸੋ ਬੀ ਆਨਸਰ ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਸੁਪਰੀਮ ਕੋਰਟ ਦੀ ਵਿਵਸਥਾ ਜਾਂ ਸਥਾਪਨਾ ਜਿਹੜੀ ਉਹ ਕਦੋਂ ਕੀਤੀ ਗਈ ਸੀ। ਇਹ ਵੀ 26 ਜਨਵਰੀ 1950 ਨੂੰ ਕੀਤੀ ਸੀ। ਡੀ ਆਨਸਰ ਹੈ, ਇਹ ਵੀ ਸਾਰਿਆਂ ਨੂੰ ਮੋਸਟਲੀ ਆਉਂਦਾ ਹੀ ਹੋਣਾ ਹੈ। ਨੈਕਸਟ ਹੈ ਜੀ, ਸੰਵਿਧਾਨ ਦੇ ਆਰਟੀਕਲ 22 ਅਤੇ ਅਪਰਾਧਿਕ ਕਾਨੂੰਨ ਹਰ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਹੇਠ ਲਿਖਿਆਂ ਵਿੱਚੋਂ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਸੋ ਕਿਹੜੀ ਹੈ ਜੀ, ਤੁਸੀਂ ਇਹਦੇ ਵਿੱਚੋਂ ਸਹੀ ਚੁਣਨਾ ਸੀ। ਸੋ 120 ਦਾ ਹੈ ਜੀ, ਬੀ ਆਨਸਰ ਸਹੀ ਹੈ ਜੀ। ਠੀਕ ਹੈ ਜੀ, ਗ੍ਰਿਫਤਾਰ ਕੈਦੀ ਦੇ ਜਿਹੜੇ ਚਾਤਨਾ ਦਾ ਅਧਿਕਾਰ ਦੇਣਾ ਹੈ, ਠੀਕ ਹੈ। ਮਤਲਬ ਕਿ ਉਹਨੂੰ ਮਤਲਬ ਪੂਰਾ ਜਿਹੜਾ ਕਹਿ ਸਕਦੇ ਹੈਗੇ ਆਂਗੇ ਅਧਿਕਾਰ ਹੈਗਾ ਗਾ। ਇਸ ਤੋਂ ਇਲਾਵਾ 15 ਸਾਲ ਤੋਂ ਘੱਟ ਉਮਰ ਦੇ ਲੜਕਾ ਅਤੇ ਲੜਕੀ ਨੂੰ ਪੁੱਛਗਿੱਛ ਦੇ ਲਈ ਪੁਲਿਸ ਸਟੇਸ਼ਨ ਦੇ ਵਿੱਚ ਨਾ ਬੁਲਾਏ ਜਾਣ ਦਾ ਅਧਿਕਾਰ ਵੀ ਹੈਗਾ ਗਾ, ਠੀਕ ਹੈ। ਸੋ ਇਹਦੇ ਵਿੱਚ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਸਕਦਾ ਹੈ, ਵੈਸੇ ਤਾਂ ਸਾਰੇ ਹੀ ਬਣ ਜਾਂਦੇ ਹੈਗੇ। ਓਕੇ, ਸੋ ਸਾਰੇ ਉਪਰੋਕਤ ਵੀ ਆ ਜਾਂਦੇ, ਬਟ ਇਹਦੇ ਵਿੱਚ ਹੋ ਸਕਦਾ ਕਿ ਥੋੜ੍ਹਾ ਜਿਹਾ ਇੱਧਰ ਹੋ ਜਾਵੇ ਕੁਐਸਚਨ, ਇਹਦੇ ਬਾਰੇ ਥੋੜ੍ਹਾ ਜਿਹਾ ਡਾਊਟ ਹੈਗਾ ਗਾ। ਓਕੇ ਜੀ, ਨੈਕਸਟ ਹੈ ਜੀ, ਪਹਿਲਾ ਮੁਗਲ ਸਮਰਾਟ ਭਾਰਤ ਦੇ ਵਿੱਚ। ਸੋ ਅਸੀਂ ਬਾਬਰ ਜੀ ਇਬਰਾਹਿਮ ਲੋਧੀ ਨੂੰ ਹਰਾ ਕੇ ਭਾਰਤ ਦੇ ਉੱਪਰ ਇਸਨੇ ਕਬਜ਼ਾ ਕੀਤਾ ਸੀ। ਇਹ ਬੀ ਇਸ ਦਾ ਆਨਸਰ ਸਹੀ ਹੈ। ਨੈਕਸਟ ਹੈ ਜੀ, ਅਕਬਰਨਾਮਾ। ਸੋ ਅਕਬਰਨਾਮਾ ਰਚਨਾ ਜਿਹੜੀ ਹੈ ਉਹ ਅਵਲ ਫਜ਼ਲ ਦੀ ਹੈ। ਇਹ ਵੈਰੀ ਇੰਪੋਰਟੈਂਟ ਹੈ। ਓਕੇ, ਔਰ ਸਾਰਿਆਂ ਨੇ ਹੀ ਇਸ ਨੂੰ ਪੜ੍ਹਿਆ ਹੀ ਹੋਣਾ ਕਿਉਂਕਿ ਸਾਰਿਆਂ ਨੂੰ PDF ਪਹੁੰਚੀ ਸੀ ਇਸ ਦੀ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸੁਨਹਿਰੀ ਰੇਸ਼ਾ ਕਿਹਾ ਜਾਂਦਾ ਹੈ। ਗੋਲਡਨ ਜਿਹੜਾ ਕਹਿ ਸਕਦੇ ਹਾਂ ਨਾ ਰੇਸ਼ਾ ਕਿਹਾ ਗਿਆ ਹੈ, ਤਾਂ ਗੋਲਡਨ ਜਾਂ ਸੁਨਹਿਰੀ ਰੇਸ਼ਾ ਇਹਨਾਂ ਦੇ ਵਿੱਚੋਂ ਜਿਹੜਾ ਹੈ ਉਹ ਕਿਹਾ ਗਿਆ ਹੈ ਜੀ ਪਟਸਨ ਨੂੰ, ਠੀਕ ਹੈ। ਪਟਸਨ ਮਤਲਬ ਯੂਥ ਨੂੰ ਜਿਹੜਾ ਹੈ ਕਿਹਾ ਗਿਆ ਸੀ ਕਿਉਂਕਿ ਇਹਦਾ ਰੰਗ ਜਿਹੜਾ ਹੈ ਉਹ ਗੋਲਡ ਦੀ ਤਰ੍ਹਾਂ ਹੁੰਦਾ ਹੈ। ਸੰਸਾਰ ਦੇ ਵਿੱਚ ਸਭ ਤੋਂ ਵੱਡਾ ਅਵਰਖ ਉਤਪਾਦਕ ਤੇ ਨਿਰਯਾਤਕ ਕਿਹੜਾ ਹੈ। ਇਹ ਸਾਡਾ ਭਾਰਤ ਹੀ ਹੈ। ਇਹਦੇ ਵਿੱਚ ਹੀ ਸਭ ਤੋਂ ਵੱਧ ਉਤਪਾਦਕ ਹੁੰਦਾ ਅਤੇ ਸਭ ਤੋਂ ਵੱਧ ਜਿਹੜਾ ਐਕਸਪੋਰਟ ਵੀ ਇਹੀ ਕਰਦਾ ਹੈ। ਨੈਕਸਟ 125, ਭਾਰਤ ਸਰਕਾਰ ਨੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਜਿਹੜਾ ਹੈ ਇਹ ਕਦੋਂ ਬਣਾਇਆ ਸੀਗਾ ਜੀ। ਸੇ ਬਣਾਇਆ ਸੀਗਾ ਜੀ 1985 ਦੇ ਵਿੱਚ, ਠੀਕ ਹੈ। ਹਿਊਮਨ ਰਿਸੋਰਸ ਡਿਵੈਲਪਮੈਂਟ ਜਿਹੜਾ ਮਿਨਿਸਟਰੀ ਹੈ ਇਹਨੂੰ ਬਣਾਇਆ ਗਿਆ ਸੀ 1985 ਦੇ ਵਿੱਚ। ਸੋ ਇਹ ਆਨਸਰ ਰਾਈਟ ਹੈ ਇਸਦਾ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਜਾਪਾਨ ਦਾ ਮੈਨਚੈਸਟਰ ਦੇ ਵਜੋਂ ਜਾਣਿਆ ਜਾਂਦਾ ਹੈ। ਤਾਂ ਜਾਪਾਨ ਦੇ ਮੈਨਚੈਸਟਰ ਦੇ ਵਜੋਂ ਓਸਾਕਾ ਜਿਹੜਾ ਹੈ ਇਸ ਨੂੰ ਜਾਣਿਆ ਜਾਂਦਾ ਹੈ। ਸੋ ਇਸ ਕਰਕੇ ਬੀ ਆਨਸਰ ਰਾਈਟ ਹੈ। ਸਿਲੀਕਾਨ ਵੈਲੀ, ਇਹ ਵੀ ਸਾਰਿਆਂ ਨੇ ਹੀ ਮੋਸਟਲੀ ਪੜ੍ਹਿਆ ਹੋਊਗਾ। ਸੋ ਇਹ ਬੰਗਲੌਰੂ ਦੇ ਵਿੱਚ ਹੈਗਾ ਗਾ, ਭਾਰਤ ਦੇ ਵਿੱਚ। ਓਕੇ ਜੀ, ਸਿਲੀਕਾਨ ਵਾਦੀ ਜਿਹੜੀ ਹੈ, ਅਗਰ ਭਾਰਤ ਦੀ ਪੁੱਛਿਆ ਹੁੰਦਾ ਤਾਂ ਬੈਂਗਲੁਰੂ ਆਉਣਾ ਸੀਗਾ, ਬਟ ਵੈਸੇ ਇਹ ਜਿਹੜੀ ਹੈ ਕੈਲੀਫੋਰਨੀਆ ਦੇ ਵਿੱਚ ਪਾਈ ਜਾਂਦੀ ਹੈਗੀ ਹੈ, ਠੀਕ ਹੈ। ਸੋ ਇਸ ਕਰਕੇ ਇਹਦਾ ਆਨਸਰ ਨਾ ਮਿਸਟੇਕ ਹੋ ਗਈ। ਸੋ ਇਹਦਾ ਆਨਸਰ ਸੀ ਹੋਊਗਾ। ਇਹ ਪੁੱਛਿਆ ਗਿਆ ਹੈ ਸਿਲੀਕਾਨ ਵੈਲੀ ਜਿਹੜੀ ਹੈ ਉਹ ਕਿੱਥੇ ਸਥਿਤ ਹੈ। ਇਹ ਕੈਲੀਫੋਰਨੀਆ ਦੇ ਵਿੱਚ ਸਥਿਤ ਹੈ। ਅਗਰ ਭਾਰਤ ਦੀ ਪੁੱਛਦੇ ਫਿਰ ਅਸੀਂ ਜਿਹੜਾ ਹੈ ਉਹ ਬੰਗਲੁਰੂ ਲਾਉਣਾ ਸੀ, ਬਟ ਭਾਰਤ ਦੀ ਪੁੱਛਿਆ ਨਹੀਂ, ਇਹਨਾਂ ਨੇ ਸਿਲੀਕਾਨ ਵੈਲੀ ਦੀ ਗੱਲ ਕੀਤੀ ਹੈ, ਤਾਂ ਇਹ ਕੈਲੀਫੋਰਨੀਆ ਦੇ ਵਿੱਚ ਹੈ। ਓਕੇ ਜੀ, ਨੈਕਸਟ ਹੈ ਜੈਵਿਕ ਸਰੋਤ ਕਿਹੜੇ ਹੁੰਦੇ ਨੇ ਜੀ। ਜੈਵਿਕ ਸਰੋਤ ਉਹ ਹੁੰਦੇ ਨੇ ਜਿਹੜੇ ਜੀਵਤ
ਚੀਜ਼ਾਂ ਤੋਂ ਲਏ ਜਾਂਦੇ ਹੈਗੇ ਨੇ, ਜਾਂ ਮਨੁੱਖ ਦੁਆਰਾ ਬਣਾਏ ਜਾਂਦੇ ਨੇ, ਜਾਂ ਗੈਰ ਜੀਵਤ ਚੀਜ਼ਾਂ ਤੋਂ ਲਏ ਜਾਂਦੇ ਹੈਗੇ ਨੇ। ਸੋ ਜੈਵਿਕ ਸਰੋਤ ਉਹ ਹੁੰਦੇ ਆ ਜਿਹੜੇ ਕਿ ਜੀਵਤ ਚੀਜ਼ਾਂ ਤੋਂ ਲਏ ਜਾਂਦੇ ਹੈਗੇ ਆ, ਇਸ ਕਰਕੇ ਇਹ ਆਨਸਰ ਸਹੀ ਹੋ ਜਾਊਗਾ। ਨੈਕਸਟ ਹੈ ਜੀ, ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਚਟਾਨਾਂ ਕਿੱਥੇ ਮਿਲਦੀਆਂ ਨੇ? ਸੋ ਵੈਸੇ ਤਾਂ ਸੰਸਾਰ ਦੀਆਂ ਪੁੱਛਿਆ ਜਾਵੇ ਤਾਂ ਸਭ ਤੋਂ ਪੁਰਾਣੀਆਂ ਜਿਹੜੀਆਂ ਚਟਾਨਾਂ ਨੇ ਉਹ ਕੈਨੇਡਾ ਦੇ ਵਿੱਚ ਮਿਲਦੀਆਂ ਹੈਗੀਆਂ ਨੇ, ਠੀਕ ਹੈ। ਬਟ ਇੱਥੇ ਪੁੱਛਿਆ ਗਿਆ ਹੈ 4 ਆਪਸ਼ਨਾਂ ਦੇ ਵਿੱਚੋਂ, ਤਾਂ 4 ਆਪਸ਼ਨਾਂ ਦੇ ਵਿੱਚੋਂ ਜਿਹੜਾ ਹੈ ਪੂਰਬੀ ਏਸ਼ੀਆ ਦੇ ਵਿੱਚ ਸਭ ਤੋਂ ਪੁਰਾਣੀਆਂ ਚਟਾਨਾਂ ਜਿਹੜੀਆਂ ਹੈ ਉਹ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ, ਜਿਹਦੇ ਵਿੱਚ ਭਾਰਤ ਚੀਨ ਦੋਨੋਂ ਹੀ ਇਨਕਲੂਡ ਹੈਗੇ ਨੇ। ਨੈਕਸਟ ਹੈ ਜੀ, ਸੰਸਾਰ ਦੇ ਕਿਸ ਦੇਸ਼ ਜਾਂ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਜਲ ਸ਼ਕਤੀ ਦੁਆਰਾ ਬਿਜਲੀ ਵਿਕਸਿਤ ਕੀਤੀ ਗਈ ਸੀ ਜੀ? ਸੋ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਜੀ ਯਾਦ ਰੱਖਣ ਵਾਲੀ ਕਿ ਵੈਸੇ ਤਾਂ 1882 ਦੇ ਵਿੱਚ ਇੰਗਲੈਂਡ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀਗੀ, ਬਟ ਇਹਦੇ ਵਿੱਚ ਨਾਰਵੇ ਜਿਹੜਾ ਹੈ ਨਾ ਉਹ ਸਭ ਤੋਂ ਪਹਿਲਾ ਦੇਸ਼ ਸੀਗਾ ਜਿਹਨੇ ਕਿ, ਅਗਰ ਇਹਨਾਂ ਆਪਸ਼ਨਾਂ ਦੇ ਅਕੋਰਡਿੰਗ ਗੱਲ ਕਰੀਏ, ਜਿਹਨੇ ਜਲ ਸ਼ਕਤੀ ਨੂੰ ਸਭ ਤੋਂ ਪਹਿਲਾਂ ਵਿਕਸਿਤ ਕੀਤਾ ਸੀਗਾ। ਓਕੇ ਜੀ, 1882 ਦੇ ਵਿੱਚ ਇੰਗਲੈਂਡ ਨੇ ਸ਼ੁਰੂਆਤ ਕੀਤੀ ਸੀ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਅਬਰਕ ਦਾ ਮੁੱਖ ਉਤਪਾਦਕ ਨਹੀਂ ਹੈਗਾ ਜੀ? ਸੋ ਧਿਆਨ ਰੱਖਣਾ ਵੈਰੀ ਇੰਪੋਰਟੈਂਟ ਹੈ ਕਿ ਇਹਦੇ ਵਿੱਚ ਝਾਰਖੰਡ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਇਹ 3 ਪ੍ਰਮੁੱਖ ਉਤਪਾਦਕ ਸੀਗੇ ਅਬਰਕ ਦੇ, ਮਤਲਬ ਕਿ ਮੀਕਾ ਦੇ, ਬਟ ਕਰਨਾਟਕਾ ਜਿਹੜਾ ਹੈ ਉਹ ਇਸ ਦੇ ਵਿੱਚ ਨਹੀਂ ਸੀਗਾ, ਇਸ ਕਰਕੇ ਬੀ ਆਨਸਰ ਇਸ ਦਾ ਸਹੀ ਰਹੂਗਾ ਜੀ। ਨਹੀਂ, ਨੈਕਸਟ ਹੈ ਜੀ ਕੁਐਸਚਨ, ਮੈਰੀਨੋ ਕਿਸ ਦੀ ਪ੍ਰਜਾਤੀ ਹੈ ਜੀ? ਮੈਰੀਨੋ ਜਿਹੜੀ ਹੈ ਉਹ ਭੇਡ ਦੀ ਕਿਸਮ ਹੈ ਜਿਸ ਤੋਂ ਉੱਨ ਪ੍ਰਾਪਤ ਕੀਤੀ ਜਾਂਦੀ ਹੈ, ਸੋ ਉਹਦੀ ਇੱਕ ਬੈਸਟ ਕੁਆਲਿਟੀ ਦੀ ਜਿਹੜੀ ਕਹਿ ਸਕਦੇ ਨਾ ਮੰਨੀ ਜਾਂਦੀ ਹੈ। ਪੰਜਾਬ ਵਿੱਚ ਭੂਮੀ ਦਾ ਪਤਨ ਦਾ ਮੁੱਖ ਕਾਰਨ ਹੈ ਜੰਗਲਾਂ ਦੀ ਕਟਾਈ ਅੰਨ੍ਹੇਵਾਹ ਕਰ ਰਹੇ ਹੈਗੇ ਆ, ਇਸ ਕਰਕੇ ਹੈਗਾ ਜਿਹੜੀ ਖਰਾਬ ਹੋ ਰਹੀ ਹੈਗੀ ਹੈ। ਓਕੇ ਜੀ, ਨੈਕਸਟ ਹੈ 34 ਨੰਬਰ, ਡੈਸ਼ ਦੇਸ਼ ਨੂੰ ਲਗਭਗ 2 ਬਰਾਬਰ ਭਾਗਾਂ ਦੇ ਵਿੱਚ ਬਣਦੀ ਹੈ ਜੀ? ਇਹ ਹੈ ਜੀ ਕਰਕ ਰੇਖਾ, ਇਹ ਸਾਡੇ ਇੰਡੀਆ ਨੂੰ ਹੀ 2 ਭਾਗਾਂ ਦੇ ਵਿੱਚ ਬਣਦੀ ਹੈ ਕਰਕ ਰੇਖਾ, ਜੋ ਕਿ 23.5 ਡਿਗਰੀ ਨੌਰਥ ਦੇ ਵਿੱਚ ਸੀਗੀ। ਨੈਕਸਟ ਹੈ ਜੀ, ਅਰਬ ਸਾਗਰ ਦੇ ਵਿਚਾਲੇ ਟਾਪੂਆਂ ਦੇ ਸਮੂਹ ਨੂੰ ਕੀ ਕਹਿੰਦੇ ਹੈਗੇ ਨੇ ਜੀ? ਸੋ ਅਰਬ ਸਾਗਰ ਦੇ ਵਿਚਾਲੇ ਜਿਹੜੇ ਟਾਪੂ ਹੈਗੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਲਕਸ਼ਦੀਪ। ਓਕੇ ਜੀ, ਔਰ ਅੰਡੇਮਾਨ ਜਿਹੜਾ ਹੈ ਇਹ ਬੇ ਆਫ ਬੰਗਾਲ ਦੇ ਵਿੱਚ ਆ ਜਾਂਦੇ ਸੀਗੇ। ਨੈਕਸਟ ਹੈ ਜੀ, ਭਾਰਤ ਦੇ ਵਿੱਚ ਸਭ ਤੋਂ ਵੱਡੀ ਖਾਰੀ ਜਲ ਝੀਲ ਚਿਲਕਾ ਝੀਲ ਜਿਹਨੂੰ ਕਹਿ ਦਿੰਦੇ ਆ, ਜੋ ਕਿ ਡੈਸ਼ ਰਾਜ ਦੇ ਵਿੱਚ ਸਥਿਤ ਹੈ ਜੀ? ਸੋ ਚਿਲਕਾ ਝੀਲ ਜਿਹੜੀ ਹੈ ਜੀ ਇਹ ਉੜੀਸਾ ਰਾਜ ਦੇ ਵਿੱਚ ਸਥਿਤ ਹੈ ਜੀ, ਉੜੀਸਾ ਦੇ ਵਿੱਚ। ਮਸ਼ਰੂਮ ਚਟਾਨਾਂ ਡੈਸ਼ ਦੇ ਵਿੱਚ ਪਾਈਆਂ ਜਾਂਦੀਆਂ ਜੀ, ਅਤੇ ਜਿਹੜੀਆਂ ਮਸ਼ਰੂਮ ਚਟਾਨਾਂ ਹੁੰਦੀਆਂ ਨੇ ਇਹ ਪਾਈਆਂ ਜਾਂਦੀਆਂ ਹੈਗੀਆਂ ਮਾਰੂਥਲ ਖੇਤਰ ਦੇ ਵਿੱਚ, ਜਿੱਥੇ ਮਾਰੂਥਲ ਹੁੰਦਾ ਹੈ ਉੱਥੇ ਮਸ਼ਰੂਮ ਟਾਈਪ ਦੀਆਂ ਜਿਹੜੀਆਂ ਚਟਾਨਾਂ ਨੇ ਉਹ ਕ੍ਰੀਏਟ ਹੋ ਜਾਂਦੀਆਂ ਨੇ। 22 ਮਾਰਚ ਡੈਸ਼ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਜੀ? ਇਹ ਮਨਾਇਆ ਜਾਂਦਾ ਹੈ ਵਿਸ਼ਵ ਜਲ ਦਿਵਸ ਦੇ ਵਜੋਂ। ਬੰਗਾਲ ਟਾਈਗਰ ਦੇ ਡੈਸ਼ ਦੇ ਵਿੱਚ ਪਾਇਆ ਜਾਂਦਾ ਹੈ ਜੀ? ਇਹ ਪਾਇਆ ਜਾਂਦਾ ਹੈ ਗੰਗਾ ਡੈਲਟਾ ਦੇ ਖੇਤਰ ਦੇ ਵਿੱਚ। ਓਕੇ ਜੀ, ਗੰਗਾ ਡੈਲਟਾ ਦੇ ਖੇਤਰ ਦੇ ਵਿੱਚ। ਨੈਕਸਟ ਹੈ ਜੀ, ਸੰਸਾਰ ਦੇ ਵਿੱਚ ਕਿਹੜਾ ਇੱਕੋ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਸ਼ੇਰ ਅਤੇ ਚੀਤਾ ਦੋਨੇ ਇਕੱਠੇ ਪਾਏ ਜਾਂਦੇ ਨੇ? ਇਹ ਹੈ ਸਾਡਾ ਭਾਰਤ, ਇੱਥੇ ਹੀ ਪਾਏ ਜਾਂਦੇ ਹੈਗੇ ਨੇ। ਓਕੇ ਜੀ, ਨੈਕਸਟ ਹੈ ਜੀ, ਰਾਸ਼ਟਰੀ ਜਨਸੰਖਿਆ ਨੀਤੀ 2000 ਦਾ ਢਾਂਚਾ ਪ੍ਰਦਾਨ ਕਰਦਾ ਹੈ ਜੀ? ਕਿਹੜੀ ਚੀਜ਼ ਨੂੰ ਪ੍ਰਦਾਨ ਕਰਦਾ ਹੈ? ਸੋ ਇਹ ਕਰਦਾ ਹੈ ਜੀ 14 ਸਾਲ ਤੱਕ ਦੀ ਉਮਰ ਤੋਂ ਮੁਫਤ ਅਤੇ ਲਾਜ਼ਮੀ ਸਿੱਖਿਆ। ਓਕੇ, ਇਹ ਜਨਸੰਖਿਆ ਜਿਹੜੀ ਹੈ ਐਜੂਕੇਸ਼ਨ ਦੇ ਨਾਲ ਹੀ ਰਿਲੇਟਡ ਹੈਗੀ, ਧਿਆਨ ਰੱਖਣਾ, ਠੀਕ ਹੈ। ਉੱਥੇ ਇਹੀ ਪਾਇਆ ਹੋਇਆ ਜਿਹਨੂੰ NPPP ਕਹਿ ਦਿੰਦੇ ਹੈਗੇ। ਇਹਦੀ 14 ਸਾਲ ਦੀ ਉਮਰ ਤੱਕ ਜਿਹੜੀ ਹੈ ਮੁਫਤ ਅਤੇ ਲਾਜ਼ਮੀ ਸਿੱਖਿਆ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਗਈ ਹੈ, ਇਸ ਕਰਕੇ ਸਿਰਫ ਇੱਕ ਹੀ ਇਸ ਦਾ ਆਨਸਰ ਆਊਗਾ, ਇਹ ਆਨਸਰ ਇਸ ਦਾ ਰਾਈਟ ਬਣ ਜਾਊਗਾ। ਓਕੇ ਜੀ, ਨੈਕਸਟ ਹੈ ਜੀ, ਮਰਦਾਂਸ਼ੁਮਾਰੀ 2011 ਦੇ ਅਨੁਸਾਰ ਉਹ ਵਿਅਕਤੀ ਸਾਖਰ ਹੈ ਜੋ, ਸੋ 142 ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਸੀ, ਜਿਹੜਾ 7 ਸਾਲ ਦਾ ਹੈ ਜਾਂ ਇਸ ਤੋਂ ਉੱਪਰ ਦਾ ਹੈ ਅਤੇ ਕੋਈ ਵੀ ਭਾਸ਼ਾ ਸਮਝ ਨਾਲ ਪੜ੍ਹ ਅਤੇ ਲਿਖ ਸਕਦਾ ਹੈ, ਸੋ ਉਸੇ ਨੂੰ ਅਸੀਂ ਸਾਖਰ ਕਹਿੰਦੇ ਹਾਂ 2001 ਦੀ ਮਰਦਮਸ਼ੁਮਾਰੀ ਦੇ ਅਕੋਰਡਿੰਗ। ਨੈਕਸਟ ਹੈ ਜੀ, ਗਲਤ ਕਿਹੜਾ ਹੈ ਇਹਨਾਂ ਦੇ ਵਿੱਚੋਂ ਜੀ? 143 ਦਾ ਜੀ, ਸੋ ਇਹਦਾ ਰਾਈਟ ਆਨਸਰ ਹੈ ਜੀ ਬੀ। ਸੋ ਸਰਕਾਰੀ ਦਸਤਾਵੇਜ਼ ਸਾਨੂੰ ਇਹ ਸਮਝਣ ਦੇ ਵਿੱਚ ਮਦਦ ਕਰਦੇ ਹਨ ਕਿ ਦੇਸ਼ ਦੇ ਲੋਕ ਕੀ ਸੋਚਦੇ ਹਨ। ਨਹੀਂ ਜੀ, ਇਹ ਕਿਸੇ ਵੀ ਤਰ੍ਹਾਂ ਦੀ ਹੋਰ ਡਾਕੂਮੈਂਟ ਹੁੰਦੇ ਹੈਗੇ ਨੇ, ਠੀਕ ਹੈ, ਇਹਦੇ ਵਿੱਚ ਨਹੀਂ ਆਉਂਦੇ। ਜੇਮਸ ਮਿਲ ਨੇ ਜਿਹੜਾ ਹੈ ਇਤਿਹਾਸ ਨੂੰ 3 ਕਾਲਾਂ ਦੇ ਵਿੱਚ ਵੰਡਿਆ ਹੈ, ਹਿੰਦੂ, ਮੁਸਲਿਮ, ਈਸਾਈ ਦੇ ਵਿੱਚ। ਬ੍ਰਿਟਿਸ਼ ਸੋਚਦੇ ਨੇ ਪ੍ਰਭਾਵਸ਼ਾਲੀ ਪ੍ਰਬੰਧਨ ਦੇ ਲਈ ਸਰਵੇਖਣ ਬਹੁਤ ਮਹੱਤਵਪੂਰਨ ਹੈ, ਇਹ ਵੀ ਠੀਕ ਹੈ। ਮਿਲ ਦਾ ਵਿਚਾਰ ਹੈ ਕਿ ਯੂਰਪ ਦੇ ਨਾਲੋਂ ਸਾਰੇ ਏਸ਼ੀਅਨ ਸਮਾਜਾਂ ਦਾ ਸੱਭਿਅਕ ਪੱਧਰ ਨੀਵਾਂ ਹੈ, ਸੋ ਇਹ ਵੀ ਰਾਈਟ ਹੈ, ਠੀਕ ਹੈ। ਬਟ ਇਹਨਾਂ ਦੇ ਵਿੱਚੋਂ ਬੀ ਆਨਸਰ ਸਹੀ ਨਹੀਂ ਹੈ, ਸੋ ਇਸ ਕਰਕੇ ਬੀ ਜਿਹੜਾ ਹੈ ਉਹ ਰਾਈਟ ਹੈ। ਨੈਕਸਟ ਹੈ ਜੀ, ਕਿਸ ਰਾਜ ਦੇ ਵਿੱਚ ਨੰਦਾ ਦੇਵੀ ਬਾਇਓ ਰਿਜ਼ਰਵ ਜਿਹੜਾ ਹੈ ਉਹ ਸਥਿਤ ਹੈ ਜੀ? ਸੋ ਇਹ ਸਥਿਤ ਹੈ ਜੀ ਉੱਤਰਾਖੰਡ ਰਾਜ ਦੇ ਵਿੱਚ, ਠੀਕ ਹੈ। ਬਾਇਓ ਦੇਵੀ ਨੰਦਾ ਦੇਵੀ, ਸੋ ਉੱਥੇ ਘਾਟੀ ਦੇ ਉੱਪਰ ਸਥਿਤ ਹੈ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਸਹੀ ਮਿਲਾਨ ਕਰਨਾ ਹੈ।
ਸੋ ਸਹੀ ਮਿਲਾਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ 145 ਦਾ ਜਿਹੜਾ ਰਾਈਟ ਆਨਸਰ ਆ ਉਹ ਏ ਬਣ ਜਾਂਦਾ ਹੈ, ਕਿਉਂਕਿ ਵਿਲੀਅਮ ਜੋਨਸ ਜਿਹੜਾ ਹੈ ਇਹ ਪ੍ਰਾਚੀਨ ਸੱਭਿਆਚਾਰ ਦੇ ਲਈ ਆਦਰ ਕ੍ਰੀਏਟ ਕਰਦਾ ਹੈ। ਓਕੇ, ਔਰ ਦੂਸਰਾ ਰਵਿੰਦਰਨਾਥ ਟੈਗੋਰ ਜਿਹੜਾ ਹੈ ਇਹ ਕੁਦਰਤੀ ਵਾਤਾਵਰਣ ਦੇ ਵਿੱਚ ਸਿੱਖਣ ਦੀ ਗੱਲ ਕਰਦਾ ਹੈ। ਥਾਮਸ ਮੈਕੈਲੇ ਜਿਹੜਾ ਹੈ ਇਹ ਅੰਗਰੇਜ਼ੀ ਸਿੱਖਿਆ ਦੀ ਉੱਨਤੀ ਦੀ ਗੱਲ ਕਰਦਾ ਹੈਗਾ ਜੀ। ਐਂਡ ਮਹਾਤਮਾ ਗਾਂਧੀ ਜਿਹੜਾ ਹੈ ਜੀ ਇਹ ਗੱਲ ਕਰਦਾ ਹੈ ਜੀ ਅੰਗਰੇਜ਼ੀ ਸਿੱਖਿਆ ਦੇ ਆਲੋਚਕ ਦੇ ਰੂਪ ਦੇ ਵਿੱਚ, ਔਰ ਪਾਠਸ਼ਾਲਾ ਜਿਹੜੀ ਹੈ ਇਹ ਗੁਰੂ ਦੇ ਨਾਲ ਸੰਬੰਧਿਤ ਹੈਗੀ ਆ। ਓਕੇ ਜੀ, ਇਹ NCERT ਦੇ ਵਿੱਚੋਂ ਲਿਆ ਗਿਆ ਸੀਗਾ, ਤੋ ਇੱਥੋਂ ਤੁਸੀਂ ਪੜ੍ਹੀ ਹੋਊ ਜਿਨ੍ਹਾਂ ਨੇ ਵੀ, ਹੈ ਨਾ, ਸਾਰਿਆਂ ਨੂੰ ਪਤਾ ਹੋਊਗਾ। ਨੈਕਸਟ ਹੈ ਜੀ ਸਤੀ ਪ੍ਰਥਾ ਤੇ ਪਾਬੰਦੀ ਜਿਹੜੀ ਹੈ ਉਹ ਕਦੋਂ ਲਗਾਈ ਗਈ ਸੀ ਜੀ? 146 ਨੰਬਰ। ਸੋ 1829 ਦੇ ਵਿੱਚ ਜਿਹੜਾ ਹੈ ਸਤੀ ਪ੍ਰਥਾ ਦੇ ਉੱਪਰ ਰੋਕ ਲਗਾਈ ਗਈ ਸੀ। ਨਕਸ਼ੇ ਬਣਾਉਣ ਵਾਲੇ ਵਿਅਕਤੀ ਨੂੰ ਕੀ ਕਿਹਾ ਗਿਆ ਜਾਂਦਾ ਜੀ? ਸੋ ਇਸ ਨੂੰ ਕਿਹਾ ਜਾਂਦਾ ਹੈ ਕਾਰਟੋਗ੍ਰਾਫਰ। ਸੋ ਇਹ ਵੀ ਜਿਓਗ੍ਰਾਫੀ ਦਾ ਕੁਐਸਚਨ ਸੀ। ਸੋ ਕਾਰਟੋਗ੍ਰਾਫਰ ਹੀ ਹੈ ਜਿਹੜਾ ਕਿ ਵੱਖ-ਵੱਖ ਤਰ੍ਹਾਂ ਦੇ ਨਕਸ਼ੇ ਬਣਾਉਂਦਾ ਹੈਗਾ ਗਾ। ਨੈਕਸਟ ਹੈ ਜੀ ਉਹ ਸਥਾਨ ਜਿੱਥੇ ਦਸਤਾਵੇਜ਼ ਅਤੇ ਲਿਖਤਾਂ ਜਿਹੜੀਆਂ ਨੇ ਉਹ ਰੱਖੀਆਂ ਜਾਂਦੀਆਂ ਹੈਗੀਆਂ, ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਰਿਕਾਰਡ ਰੂਮਸ, ਜਿੱਥੇ ਸਾਰੇ ਦੇ ਸਾਰੇ ਡਾਕੂਮੈਂਟਸ ਅਤੇ ਹਸਤ ਲਿਖਤਾਂ ਜਿਹੜੀਆਂ ਉਹ ਰਿਕਾਰਡ ਕਰਕੇ ਰੱਖੀਆਂ ਜਾਂਦੀਆਂ ਹਨ। ਠੀਕ ਹੈ, ਗੋਦਾਮ ਦੇ ਵਿੱਚ ਵੀ ਨਹੀਂ ਹੁੰਦਾ, ਅਭਿਲੇਖ ਘਰ ਵੀ ਨਹੀਂ ਹੁੰਦਾ, ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਹੁੰਦੀਆਂ ਨੇ, ਬਟ ਇਹਨਾਂ ਨੇ ਗੱਲ ਕੀਤੀ ਹੈ ਦਸਤਾਵੇਜ਼ ਦੀ, ਤਾਂ ਦਸਤਾਵੇਜ਼ ਜਿਹੜੇ ਆ ਉਹ ਰਿਕਾਰਡ ਰੂਮ ਦੇ ਵਿੱਚ ਰੱਖੇ ਜਾਂਦੇ ਨੇ। ਭਾਰਤ ਵਿੱਚ ਪਹਿਲੀ ਸੂਤੀ ਕੱਪੜਾ ਮਿੱਲ ਕਦੋਂ ਅਤੇ ਕਿੱਥੇ ਕਤਾਈ ਮਿੱਲ ਵਜੋਂ ਸਥਾਪਿਤ ਕੀਤੀ ਗਈ ਸੀ ਜੀ? ਸੋ ਇਹ ਕੀਤੀ ਗਈ ਸੀ ਜੀ ਬੰਬਈ ਦੇ ਵਿੱਚ 1854 ਦੇ ਵਿੱਚ। ਇਹਦਾ ਰਾਈਟ ਆਨਸਰ ਬੀ ਹੈ। ਨੈਕਸਟ ਹੈ ਜੀ ਟਾਟਾ ਆਇਰਨ ਐਂਡ ਸਟੀਲ ਕੰਪਨੀ ਨੇ ਡੈਸ਼ ਦੇ ਵਿੱਚ ਸਟੀਲ ਉਤਪਾਦਨ ਜਿਹੜਾ ਹੈ ਉਹ ਸ਼ੁਰੂ ਕੀਤਾ ਸੀਗਾ। ਸੋ ਇਹਦਾ ਰਾਈਟ ਆਨਸਰ ਹੈ 1911। 1907 ਦੇ ਵਿੱਚ ਇਸ ਨੂੰ ਸਟੈਬਲਿਸ਼ ਕੀਤਾ ਸੀ, ਬਟ ਪ੍ਰੋਡਕਸ਼ਨ ਜਿਹੜੀ ਸ਼ੁਰੂ ਹੋਈ ਸੀ ਉਹ 1911 ਦੇ ਵਿੱਚ ਹੋਈ ਸੀਗੀ। ਓਕੇ, ਸੋ ਇਸ ਕਰਕੇ ਇਹਦਾ ਬੀ ਆਨਸਰ ਰਾਈਟ ਬਣ ਜਾਊਗਾ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਜਿਹੜੇ ਹੈ ਅੱਛੇ ਨੰਬਰ ਆ ਗਏ ਹੋਣਗੇ। ਸੋ ਇਸ ਲਈ ਵੀਡੀਓ ਨੂੰ ਪਲੀਜ਼ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਠੀਕ ਹੈ ਜੀ, ਸੋ ਅੱਗੇ ਜਿਹੜੀਆਂ ਪੰਜਾਬੀ ਔਰ ਇੰਗਲਿਸ਼ ਦੀ ਵੀ ਕੋਸ਼ਿਸ਼ ਕਰਦਾ ਹਾਂ ਕਿ ਤੁਹਾਡੇ ਤੱਕ ਜਲਦੀ ਹੀ ਆਨਸਰ ਕੀ ਪ੍ਰੋਵਾਈਡ ਕਰ ਦੇਵਾਂ। ਓਕੇ ਜੀ, ਥੈਂਕ ਯੂ ਸੋ ਮੱਚ।